वाहिगुरु जी का खालसा वाहिगुरु जी की फतेह। मैं हरप्रीत सिंह चढ़दी कला सेवा ट्रस्ट तो आप जी का होस्ट। साढ़े नाल जुड़ चुके ने वीर सुखविंदर सिंह जी, वाइस प्रिंसीपल दशमेश गुरमत विद्यालय बाला साहब नवी दिल्ली तो। वीर जी जी आया नू वाहिगुरु जी का खालसा वाहिगुरु जी की वाहिगुरु जी की फतेह। ਵੀਰ ਜੀ, ਜੋ ਅਸੀਂ ਆਪ ਜੀ ਦੇ ਨਾਲ ਰਹਿਤ ਮਰਿਆਦਾ ਦੀ ਲੜੀਵਾਰ ਸਵਾਲ ਜਵਾਬ ਦੇ ਉੱਤੇ ਚਰਚਾ ਕਰ ਰਹੇ ਹਾਂ, ਅੱਜ ਅਸੀਂ ਫਿਰ ਇੱਕ ਨਵੀਂ ਸਵੇਰ ਨੂੰ ਨਵਾਂ ਸਵਾਲ ਲੈ ਕੇ ਆਪ ਜੀ ਦੇ ਨਾਲ ਹਾਜ਼ਰ ਹੋਏ ਹਾਂ। ਅੱਜ ਦਾ ਜੋ ਸਾਡਾ ਸਵਾਲ ਹੈ ਉਹ ਹੈਗਾ ਵੇ, ਜਿਸ ਤਰ੍ਹਾਂ ਆਪ ਜੀ ਨੇ ਦੇਖਿਆ ਕਿ ਪਿਛਲੇ ਦਿਨੀ ਸਿੱਖਾਂ ਨੇ ਇੱਕ ਪੂਰੀ ਮਾਨਵਤਾ ਦਾ ਦਿਲ ਜਿੱਤਿਆ। ਉਹਦਾ ਇੱਕ ਕਾਰਨ ਸੀ, ਉਹ ਸੀ ਸੇਵਾ ਕਰਕੇ, ਜਿਹਦੇ ਅੰਦਰ ਨਿਰਵੈਰ, ਕੋਈ ਵੈਰ ਨਹੀਂ ਸੀ ਕਿਸੇ ਨਾਲ। ਸਿਰਫ ਇੱਕੋ ਗੱਲ ਸੀ ਜੋ ਭਾਈ ਕਨਈਆ ਜੀ ਨੇ ਕੀਤਾ ਕਿ ਦੁਸ਼ਮਣ ਨੂੰ ਵੀ ਇੱਕ ਟਾਈਮ ਜੋ ਜਲ ਦੀ ਸੇਵਾ ਕਰ ਰਹੇ ਸਨ, ਗੁਰੂ ਸਾਹਿਬ ਨੇ ਪੁੱਛਿਆ ਕਿ ਤੁਸੀਂ ਉਹਨਾਂ ਨੂੰ ਜਲ ਛਕਾ ਰਹੇ ਹੋ, ਤੇ ਉਹਨਾਂ ਨੇ ਇੱਕੋ ਵਰਡ ਹੀ ਜਵਾਬ ਦਿੱਤਾ ਕਿ ਮੈਨੂੰ ਉਸਦੇ ਅੰਦਰ ਵੀ ਤੂੰ ਹੀ ਨਜ਼ਰ ਆ ਰਿਹਾ ਸੀ। ਤੇ ਜੋ ਇਹ ਸੇਵਾ ਹੈ, ਹੋਰ ਤੁਸੀਂ ਦੇਖੋ, ਅਗਰ ਖਾਲਸਾ ਰਾਜ ਇੱਕ ਵਾਰੀ ਆਇਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਸਾਰੀ ਮਾਨਵਤਾ ਦਾ ਉਸ ਵਕਤ ਜੋ ਸੇਵਾ ਕਰਕੇ, ਭਾਵੇਂ ਉਹ ਗੁਰਦੁਆਰੇ ਦੀ ਸੇਵਾ ਹੈ, ਭਾਵੇਂ ਜਿੱਥੇ ਗੁਰਦੁਆਰਾ ਸਾਹਿਬ ਵਾਸਤੇ ਮਾਇਆ ਦਿੱਤੀ ਜਾਂਦੀ ਸੀ, ਉੱਥੇ ਮੰਦਿਰ ਵਾਸਤੇ, ਮਸਜਿਦ ਵਾਸਤੇ ਉਹਦੇ ਰਾਜ ਵਿੱਚ ਦਿੱਤੀ ਜਾਂਦੀ ਸੀ। ਔਰ ਉਹਦਾ ਇੱਕੋ ਕਾਰਨ ਸੀ ਸੇਵਾ, ਜੋ ਕਿ ਦਿਲ ਤੋਂ ਕੀਤੀ ਜਾ ਸਕਦੀ ਹੈ। ਅਗਰ ਕਿਸੇ ਮਾਨਵਤਾ ਦੇ ਉੱਤੇ ਕਿਸੇ ਉੱਤੇ ਵੀ ਰਾਜ ਕੀਤਾ ਜਾ ਸਕਦਾ ਤੇ ਕੇਵਲ ਦਿਲ ਜਿੱਤ ਕੇ ਕੀਤਾ ਜਾ ਸਕਦਾ, ਔਰ ਉਹਦਾ ਇੱਕੋ ਹੀ ਗੇਟ ਹੈ, ਉਹ ਹੈ ਸੇਵਾ। ਤੇ ਅੱਜ ਜੋ ਅਸੀਂ ਆਪ ਜੀ ਦੇ ਨਾਲ ਸਵਾਲ ਲੈ ਕੇ ਆਏ ਆ, ਉਹ ਜਿਹੜਾ ਸਾਡਾ ਸਵਾਲ ਹੈਗਾ ਕਿ ਸੇਵਾ ਸਿੱਖ ਦੀ ਜੋ ਜ਼ਰੂਰੀ ਹੈ ਅੰਗ ਹੈ ਸੇਵਾ ਸਿੱਖ ਦਾ, ਉਸ ਦੇ ਬਾਰੇ ਜੋ ਰਹਿਤ ਮਰਿਆਦਾ ਹੈ, ਉਸ ਦੀ ਸੇਵਾ ਦਾ ਸਾਡਾ ਕੀ ਚੈਪਟਰ ਹੈ, ਉਹ ਸਾਨੂੰ ਕੀ ਮਾਰਗਦਰਸ਼ਨ ਦਿੰਦਾ ਹੈ, ਇਸ ਦੇ ਉੱਤੇ ਜਰਾ ਰੋਸ਼ਨੀ ਪਾਓ ਆਪ ਜੀ। ਜੀ ਵੀਰ ਜੀ, ਬਹੁਤ ਸੋਹਣੀ ਗੱਲ ਹੈ ਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਅਸੀਂ ਹੁਣ ਉਸ ਪੜਾਅ ਤੇ ਪੁੱਜ ਗਏ ਹਾਂ ਜਿੱਥੇ ਗੁਰਮਤ ਦੀ ਰਹਿਣੀ ਦੇ ਤੀਜੇ ਪੁਆਇੰਟ ਦੇ ਵਿੱਚ ਸੇਵਾ ਦੀ ਗੱਲ ਆਉਂਦੀ ਹੈਗੀ ਹੈ। ਸਿੱਖ ਧਰਮ ਨੂੰ ਜਦੋਂ ਅਸੀਂ ਨੇੜਿਓਂ ਦੇਖਦੇ ਹਾਂ ਨਾ, ਤਾਂ ਸਿੱਖ ਧਰਮ ਦੇ ਵਿੱਚ ਦੋ ਮਜ਼ਬੂਤ ਪਿੱਲਰ ਨੇ, ਇੱਕ ਸਿਮਰਨ ਤੇ ਇੱਕ ਸੇਵਾ, ਜਿਸ ਦੇ ਉੱਤੇ ਸਿੱਖ ਧਰਮ ਖਲੋਤਾ ਹੋਇਆ। ਭਾਵੇਂ ਅਸੀਂ ਗੁਰੂ ਸਾਹਿਬਾਨ ਦਾ 239 ਸਾਲ ਦਾ ਪੀਰੀਅਡ ਪੜ੍ਹ ਕੇ ਦੇਖ ਲਈਏ, ਉਹ ਸਿਮਰਨ ਨਾਲ, ਗੁਰਬਾਣੀ ਨਾਲ ਜੁੜਿਆ ਹੋਇਆ ਤੇ ਹੱਥੀਂ ਸੇਵਾ ਕਰਨ ਨਾਲ ਜੁੜਿਆ ਹੋਇਆ। ਗੁਰੂ ਨਾਨਕ ਸਾਹਿਬ ਜੀ ਨੇ ਸੇਵਾ ਕੀਤੀ ਹੈ, ਜਿਵੇਂ ਲੰਗਰ ਇਤਿਆਦਿਕ ਦੀ ਪਰੰਪਰਾ ਜਿਹੜੀ ਹੈ 20 ਰੁਪਇਆਂ ਦੀ, ਉਹ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦੀ ਹੈਗੀ ਹੈ। ਇਸ ਤਰ੍ਹਾਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ 7 ਸਾਲ ਗੁਰੂ ਸਾਹਿਬ ਜੀ ਦੇ ਕੋਲ ਰਹਿ ਕੇ ਧਰਮਸ਼ਾਲਾ ਵਿੱਚ ਸੇਵਾ ਕਰਦੇ ਰਹੇ। ਗੁਰੂ ਅਮਰਦਾਸ ਮਹਾਰਾਜ 11 ਸਾਲ ਸੇਵਾ ਕਰਦੇ ਰਹੇ ਗਾਗਰ ਲਿਆਉਣ ਦੀ, ਤੇ ਕੇਵਲ ਗੁਰੂ ਸਾਹਿਬ ਜੀ ਦੇ ਇਸ਼ਨਾਨ ਵਾਸਤੇ ਹੀ ਨਹੀਂ ਸੀ ਲੈ ਕੇ ਆਉਂਦੇ, ਗੁਰੂ ਕੇ ਲੰਗਰਾਂ ਵਾਸਤੇ ਵੀ ਜਲ ਲੈ ਕੇ ਆਉਂਦੇ ਸੀ। ਇਸ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸੇਵਾ ਕੀਤੀ ਹੈ। ਗੋਬਿੰਦਵਾਲ ਸਾਹਿਬ, ਭਾਵੇਂ ਉਹ ਬੌਲੀ ਸਾਹਿਬ ਜੀ ਤੋਂ ਮਿੱਟੀ ਦੀਆਂ ਟੋਕਰੀਆਂ ਬਾਹਰ ਕੱਢਣੀਆਂ ਹੋਣ, ਗੁਰੂ ਕੇ ਲੰਗਰਾਂ ਦੀ ਸੇਵਾ ਹੋਵੇ। ਭਾਈ ਮੰਝ ਜੀ ਦੀ ਸੇਵਾ ਤੁਸੀਂ ਵੇਖੋ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਸੰਗਤ ਦੇ ਜੋੜੇ ਝਾੜਨ ਦੀ ਸੇਵਾ ਕਰਦੇ ਸੀ, ਸੰਗਤ ਦੇ ਜੋੜਿਆਂ ਦੀ ਰਾਖੀ ਦੀ ਸੇਵਾ ਕਰਦੇ ਸੀ। ਸੰਗਤ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੀ ਸੀ, ਬਾਣੀ ਸੁਣਦੀ ਸੀ, ਤੇ ਬਾਹਰ ਜੋੜਿਆਂ ਦੀ ਰਾਖੀ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਖੜ ਜਾਂਦੇ ਸੀ। ਇਹ ਬਹੁਤ ਵੱਡੀ ਸੇਵਾ ਭਾਵਨਾ ਹੈਗੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਨੁੱਖਤਾ ਦੀ ਸੇਵਾ ਕੀਤੀ ਹੈ। ਕਿੰਨੇ ਲੋਕ ਸਤਿਗੁਰੂ ਜੀ ਦੇ ਕੋਲ ਆਉਂਦੇ ਸੀ। ਸੇਵਾ ਦੇ ਅੱਗੇ ਚੱਲ ਕੇ ਅਸੀਂ ਦੇਖਾਂਗੇ ਰਹਿਤ ਮਰਿਆਦਾ ਵਿੱਚ ਕਿ ਇਹ ਧਰਮਸ਼ਾਲਾ ਵਿੱਚ ਜਾਂ ਗੁਰਦੁਆਰੇ ਵਿੱਚ ਨਮੂਨੇ ਮਾਤਰ ਸਿਖਾਈ ਜਾਂਦੀ, ਅੱਗੇ ਸੇਵਾ ਦੇ ਪੱਖ ਬਦਲ ਜਾਂਦੇ ਨੇ। ਇਹ ਸੇਵਾ ਹੀ ਸੀ ਗੁਰੂ ਹਰਗੋਬਿੰਦ ਸਾਹਿਬ ਦੀ ਕਿ ਅਕਾਲ ਤਖਤ ਸਾਹਿਬ ਜੀ ਤੇ ਸਥਾਨਕ ਫੈਸਲੇ ਹੋਇਆ ਕਰਦੇ ਸੀ, ਲੋਕ ਅਪੀਲਾਂ ਕਰਦੇ ਸਨ, ਲੋਕ ਅਦਾਲਤਾਂ ਭੁੱਲ ਚੁੱਕੇ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਪਣੇ ਝਗੜੇ ਨਿਬੜਵਾ ਲੈਂਦੇ ਸਨ ਸੱਚੇ ਪਾਤਸ਼ਾਹ ਕੋਲ। ਇਹ ਬਹੁਤ ਵੱਡੀ ਸੇਵਾ ਸੀ। ਕਿਸੇ ਦਾ ਘਰ ਟੁੱਟਣੋਂ ਬਚ ਜਾਂਦਾ ਸੀ, ਆਰਥਿਕ ਪੱਖੋਂ ਉਜੜਨੋਂ ਬਚ ਜਾਂਦਾ ਸੀ। ਰਿਸ਼ਵਤਖੋਰ ਲੋਕ ਤਾਂ ਰਿਸ਼ਵਤਾਂ ਲੈ ਕੇ ਫੈਸਲੇ ਕਰਦੇ ਸੀ, ਇੱਥੇ ਸੱਚ ਦਾ ਫੈਸਲਾ ਹੁੰਦਾ ਸੀ। ਗੁਰੂ ਹਰਿਰਾਏ ਸਾਹਿਬ ਜੀ ਨੇ ਦਵਾਖਾਨੇ ਖੋਲੇ, ਬਹੁਤ ਵੱਡੀ ਸੇਵਾ ਕੀਤੀ, ਦਾਰਾ ਸ਼ਿਕੋ ਵਰਗਿਆਂ ਦਾ ਇਲਾਜ ਹੋਇਆ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਚੇਚਕ ਦੀ ਬਿਮਾਰੀ ਦਾ ਇਲਾਜ ਕੀਤਾ,
ਆਪਣੇ ਹੱਥੀਂ ਮੈਡੀਸਨ ਵੰਡੀ। ਜਿਹੜੇ ਲੋਕ ਪੂਰੇ ਹੋ ਗਏ ਸਨ ਦਿੱਲੀ ਵਿੱਚ, ਉਹਨਾਂ ਦੇ ਲਾਸ਼ਾਂ ਦੇ ਸੰਸਕਾਰ ਕੀਤੇ। ਇਹ ਅੱਜ ਵੀਰ, ਮੈਨੂੰ ਨਾਂ ਲੈਣ 'ਚ ਕੋਈ ਦੋ ਰਾਵਾਂ ਨਹੀਂ, ਵੀਰ ਜਤਿੰਦਰ ਸਿੰਘ ਸੰਟੀ ਜੋ ਜਮਨਾ ਪਾਰ ਦੇ ਨੇ, ਭਗਤ ਸਿੰਘ ਸੇਵਾ ਦਲ ਦੇ ਮੁਖੀ ਨੇ, ਉਹਨਾਂ ਨੇ ਕਰੋਨਾ ਦੇ ਵਿੱਚ ਕਿੰਨੀਆਂ ਲਾਵਾਰਿਸ ਲਾਸ਼ਾਂ ਦੇ, ਔਰ ਉਹਨਾਂ ਲਾਸ਼ਾਂ ਦੇ ਵੀ ਜਿਨ੍ਹਾਂ ਨੂੰ ਆਪਣੇ ਨਹੀਂ ਸੀ ਸੰਸਕਾਰ ਤੇ ਲੈ ਕੇ ਜਾ ਰਹੇ, ਚੁੱਕ ਨਹੀਂ ਸੀ ਰਹੇ, ਅਰਥੀ ਨੂੰ ਮੋਢਾ ਨਹੀਂ ਸੀ ਦੇ ਰਹੇ, ਉਹਨਾਂ ਪਿਓ ਪੁੱਤਰਾਂ ਨੇ ਜਾ ਕੇ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਕੀਤੇ, ਘਰੋਂ ਲੈ ਕੇ ਗਏ। ਬਹੁਤ ਵੱਡੀ ਸੇਵਾ। ਇਹ ਕਿੱਥੋਂ ਪ੍ਰੇਰਨਾ ਮਿਲੀ? ਇਹ ਗੁਰੂ ਅਰਜਨ ਸਾਹਿਬ ਜੀ ਜੋ ਕਾਲ ਪੀੜਤਾਂ ਦੀ ਸੇਵਾ ਕਰਦੇ ਨੇ, ਲਾਹੌਰ ਦੇ ਡੱਬੀ ਬਾਜ਼ਾਰ ਵਿੱਚ ਲਾਸ਼ਾਂ ਦੇ ਢੇਰ ਲੱਗੇ ਸੀ, ਉਹਨਾਂ ਦੇ ਸੰਸਕਾਰ ਕਰਨੇ। ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਵਿੱਚ ਜਦੋਂ ਲਾਸ਼ਾਂ ਦੇ ਢੇਰ ਲੱਗੇ ਸੀ, ਉਹਨਾਂ ਦੇ ਸੰਸਕਾਰ ਕਰਨੇ, ਘਰੋਂ ਘਰੀ ਦਵਾਈ ਪਹੁੰਚਾਉਣੀ, ਹਰ ਜ਼ਰੂਰਤਮੰਦ ਨੂੰ ਪ੍ਰਸ਼ਾਦਾ ਦੇਣਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਾਂ ਮਾਨਵਤਾ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਜਦੋਂ ਕਿ ਇਸ ਪੱਧਰ ਤੇ ਰਾਜਾ ਤੋਲਾ ਆਵੇ ਕਿ ਕਿਸੇ ਦੇ ਧਰਮ ਨੂੰ ਸੁਤੰਤਰਤਾ ਦੇ ਨਾਲ ਜੀਉਣ ਦਾ ਹੱਕ ਖੋਹ ਲਿਆ ਜਾਵੇ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਾਂ ਐਡੀ ਵੱਡੀ ਕਮਾਲ ਦੀ ਸੇਵਾ ਕੀਤੀ ਕਿ ਸਤਿਗੁਰੂ ਪਾਤਸ਼ਾਹ ਨੇ ਕਿਹਾ ਵੀ ਹਰ ਇੱਕ ਬੰਦੇ ਨੂੰ ਆਪਣੇ ਧਰਮ ਵਿੱਚ ਜਾਂ ਧਰਮ ਨੂੰ ਮੰਨਣ ਦਾ ਸੁਤੰਤਰ ਅਧਿਕਾਰ ਹੋਣਾ ਚਾਹੀਦਾ। ਸਤਿਗੁਰੂ ਨੇ ਤਾਂ ਆਪਣੀ ਜਿਹੜਾ ਮਹਾਨ ਸ਼ਹਾਦਤ ਦੇ ਦਿੱਤੀ ਦਿੱਲੀ ਚਾਂਦਨੀ ਚੌਕ ਦੇ ਵਿੱਚ, ਜਿਹਨੂੰ ਅਸੀਂ ਪੜ੍ਹਦੇ ਹਾਂ, ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਕਲੋ ਬੜੂ ਮੈਂ ਸਾਕਾ। ਇਹ ਕਲਯੁਗ ਵਿੱਚ ਬਹੁਤ ਵੱਡੀ ਸੇਵਾ ਸੀ, ਕਹਿ ਲਈਏ ਅੱਜ ਦੇ ਯੁੱਗ ਦੇ ਵਿੱਚ, ਉਸ ਵੇਲੇ ਯੁੱਗ ਵਿੱਚ ਇਹ ਬਹੁਤ ਵੱਡੀ ਸੇਵਾ ਪਾਤਸ਼ਾਹ ਨੇ ਕੀਤੀ। ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਤਾਂ ਅਸੀਂ ਕੁਰਬਾਨ ਜਾਈਏ, ਸਦਕੇ ਜਾਈਏ। ਮੇਰੇ ਮਾਲਕ ਨੇ ਇਸ ਦੇਸ਼ ਦੀ ਖਾਤਰ, ਇਸ ਕੌਮ ਦੀ ਖਾਤਰ ਆਪਣਾ सारा परिवार ही लुटा देता। वास कटा परिवार लुटा और तुम भी चले हो, कल 4 थे आज 2 हैं, अगर ये भी ना होंगे शुक्र करूंगा परमात्मा कल हम भी ना। ये सेवा जिस कुल जात देश के बच्चे दे सकते हैं यूं बलिदान, ये सेवा है। उसका वर्तमान कुछ भी हो लेकिन भविष्य होगा महान। सो ये बहुत वड्डी सेवा पातशाह ने की। अगे तुसी महाराजा रणजीत सिंह का जिक्र किया है, बंदा सिंह बहादुर का जिक्र किया है। सिख पंथ ने अगे जो जो वांगडोर संभाली ते उन्होंने बाखूबी सेवा की। भावें तुसी देख लो कि किसी पदवी के हंकार नूं मुख रख के सेवा नहीं की जाती, याद रखना। सगों इत्थे सिख धर्म ने यह भी सिखाया कि जे नवाब कपूर सिंह नूं नवाबी मिली है ना, ਤੇ नवाब कपूर सिंह ने कहा भी तुसी मैनू नवाबी तो दे रहे हो खालसा जी, पर एक वचन मनो मेरा कि जो मैं गुरु पंथ दे दल दे घोड़ियां दी सेवा करदा है, घोड़ियां दी लिद चुकदा, इन्हां नूं दाणा पट्ठा पाउंदा, वो सेवा मेरे तो नहीं खोओगे। खालसे ने यह वचन मन्निया, ठीक है जी नवाब साहब, तुसी खालसे दे घोड़ियां दी सेवा करना, संगत नूं पक्खा झल्लण दी सेवा करना। ये नवाब कपूर सिंह की मैं गल कर रहा कि नवाब कपूर सिंह जी ने उस वेले नवाबी प्राप्त की, पर खालसे दे चरनां नूं ला के वो घोड़ियां दी लिद चुकदे हुंदे सी। बेअंत जिहड़ा है उस इतिहास विचों तुहानूं उदाहरणां मिल सकदियां। सो गुरु पंथ ने जदों रहत मर्यादा बनाई, इस सिख की शख्सी रहनी के तीजे पॉइंट विच ये सेवा का पॉइंट पाया। ये बारे रहत मर्यादा कहती है कि सेवा सिख धर्म का एक उगा ते जरूरी अंग है। इसनूं नमूने मात्र सिखाउण लई गुरुद्वारियां विच ही प्रबंध किया हुंदा है। साधारण रूप विच इस दे इह हन गुरुद्वारे का झाड़ू, लेपण, संगत दी पानी पखे की सेवा, लंगर की सेवा, जोड़े झाड़न आदि दी सेवा। ये सिखाण का प्रबंध है। गुरुद्वारा साडा इंस्टीट्यूट है। ये गुरुद्वारे होए, गुरुद्वारे होए सोझी पाई सी, उत्थों असीं सोझी लैणी, अकल लैणी कि भी किवें जिहड़ा भावें कोई राजा है, भावें कोई रंक है, गरीब है, अमीर है, वो सारे सेवा कर रहे हैं। राजा भी जो जोड़े घर में खड़दा है तो वह भी किसी गरीब के जोड़े चक के ते अंदर रख रहा है, पोचा ला रहा है, कोई लंगर वरता रहा है, कोई सेवा कर रहा है। ये सिखाण वास्ते है। इस तो अगे फिर वध के सेवा करनी है
ਗੁਰਦੁਆਰੇ ਤੋਂ ਅੱਗੇ ਜਾ ਕੇ ਉੱਪਰ ਉੱਠ ਕੇ ਦੁਨੀਆ ਵਿੱਚ ਖਲਕਤ ਦੀ, ਤੇ ਉਹਦੇ ਬਾਰੇ ਗੁਰਬਾਣੀ ਕਹਿੰਦੀ ਹੈ, ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਐ। ਇੱਥੇ ਤਾਂ ਲੋਕ ਵਿੱਚ ਜੋ ਸੇਵਾ ਕਰਦਾ ਉਹਨੂੰ ਮਾਣ ਇੱਜ਼ਤ ਮਿਲਦਾ ਹੀ ਹੈ, ਕੌਮ ਦੇ ਵਿੱਚ, ਸੁਸਾਇਟੀ ਵਿੱਚ, ਦੁਨੀਆ ਵਿੱਚ। ਜੇ ਅਸੀਂ ਮਾਨਵਤਾ ਦੀ, ਮਨੁੱਖਤਾ ਦੀ ਸੇਵਾ ਕਰਾਂਗੇ, ਦੁਨੀਆ ਦੀ ਸੇਵਾ ਕਰਾਂਗੇ, ਤਾਂ ਦਰਗਾਹ ਵਿੱਚ ਵੀ ਸਾਨੂੰ ਟਿਕਾਣਾ ਮਿਲੇਗਾ, ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ। ਅੱਜ ਤਾਂ ਸਿੱਖਾਂ ਨੂੰ ਲੋਕ ਫਰਿਸ਼ਤੇ ਕਹਿਣ ਲੱਗ ਪਏ ਨੇ। ਇਹ ਪਗੜੀ ਵਾਲੇ ਫਰਿਸ਼ਤੇ ਆ ਗਏ ਨੇ, ਦਸਤਾਰ ਵਾਲੇ ਸਰਦਾਰ ਜੀ ਆ ਗਏ ਨੇ। ਇਹ ਹੁਣ ਭੁੱਖਾ ਨਹੀਂ ਰਹਿਣ ਦੇਣਗੇ ਕਿਸੇ ਨੂੰ, ਇਹ ਹੁਣ ਲੋੜਵੰਦਾਂ ਨੂੰ ਦਵਾਈਆਂ ਦੇਣਗੇ, ਜ਼ਰੂਰਤਮੰਦਾਂ ਦੀ ਮਦਦ ਕਰਨਗੇ। ਅੱਜ ਤਾਂ ਲੋਕ ਸਿੱਖ ਫਰਿਸ਼ਤੇ ਦੇ ਰੂਪ ਦੇ ਵਿੱਚ ਕੰਮ ਕਰ ਰਹੇ ਹੈਗੇ। ਖਾਲਸਾ ਐਡ ਵਾਲੇ ਵੀਰ, ਹੋਰ ਵੀਰ ਜਿਹੜੇ ਨੇ, ਕਿੰਨੀ ਸੇਵਾ ਕਰ ਰਹੇ ਨੇ ਮਨੁੱਖਤਾ ਦੀ। ਲੋਕ ਕਹਿੰਦੇ ਕਿੱਥੋਂ ਪ੍ਰੇਰਨਾ ਮਿਲਦੀ ਹੈ? ਵੀ ਇਹ ਤਾਂ ਸਾਡਾ ਜ਼ਰੂਰੀ ਅੰਗ ਹੈ, ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਹੈਗਾ ਕਿ ਸਿੱਖ ਨੇ ਸੇਵਾ ਕਰਨੀ ਹੀ ਕਰਨੀ ਹੈ, ਉਹ ਭਾਵੇਂ ਕਿਸੇ ਰੂਪ ਦੇ ਵਿੱਚ ਵੀ ਕਰ ਸਕਦਾ ਹੈ। ਸੇਵਾ ਜਿੱਥੇ ਵਸਤਰਾਂ ਦੀ ਹੈ, ਅੰਨ ਦਾਣੇ ਦੀ ਹੈ, ਆਕਸੀਜਨ ਦੀ ਹੈ, ਉੱਥੇ ਕਿਸੇ ਨੂੰ ਪੜ੍ਹਾਉਣ ਦੀ ਵੀ ਸੇਵਾ ਹੈ। ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁਨ ਇੱਕ ਗੁਰਸਿੱਖ ਕੋ ਸ਼ਬਦ ਸਿਖਾਏਗਾ। ਵੀ ਇਹ ਵੀ ਇੱਕ ਸੇਵਾ ਹੀ ਹੈ। ਮੈਂ ਪਿਛਲੇ ਦਿਨੀ ਅਰਜ਼ ਕੀਤੀ ਸੀ ਕਿ ਇਹ ਜੋ ਲੋਕ ਤਰ੍ਹਾਂ ਤਰ੍ਹਾਂ ਦੀ ਸੇਵਾ ਕਰ ਰਹੇ ਨੇ, ਮੈਂ ਆਪਣੇ ਸਾਥੀਆਂ ਨੂੰ ਕਿਹਾ ਸੀ, ਵੀਰ ਜੀ ਇਹ ਵੀ ਅਸੀਂ ਸੇਵਾ ਹੀ ਕਰ ਰਹੇ ਹਾਂ। ਇਹ ਅਸੀਂ ਜਿਹੜੇ ਜਦੋਂ ਲੋਕਡਾਊਨ ਲੱਗਿਆ ਹੋਇਆ ਹੈ, ਨਿਯਮਾਂ ਦੀ ਪਾਲਣਾ ਲੋਕ ਕਰ ਰਹੇ ਨੇ ਆਪਣੇ ਘਰਾਂ ਵਿੱਚ ਬੈਠ ਕੇ, ਤੇ ਉਹਨੂੰ ਘਰ ਵਿੱਚ ਤਾਂ ਕੋਈ ਪ੍ਰੋਗਰਾਮ ਚਾਹੀਦਾ ਹੈਗਾ। ਸੋ ਇਹ ਪ੍ਰੋਗਰਾਮ ਜੋ ਸਾਡੀ ਸੰਸਥਾ ਵੱਲੋਂ ਦਿੱਤੇ ਗਏ, ਤੇ ਇਹ ਪ੍ਰੋਗਰਾਮ ਜਿਵੇਂ ਚੜ੍ਹਦੀ ਕਲਾ ਸੇਵਾ ਟਰਸਟ ਵੱਲੋਂ ਜਾਂ ਹੋਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਹੋਰ ਮੁੱਖ ਸੰਸਥਾਵਾਂ ਵੱਲੋਂ ਜਿਹੜੇ ਪ੍ਰੋਗਰਾਮ ਦਿੱਤੇ ਗਏ, ਵੀ ਘਰਾਂ ਵਿੱਚ ਬਹਿ ਕੇ ਗੁਰਮੁਖੀ ਬੱਚੇ ਸਿੱਖਣ, ਘਰਾਂ ਵਿੱਚ ਬਹਿ ਕੇ ਜਿਹੜਾ ਹੈ ਉਹ ਗੁਰਮੁਖੀ ਦੇ ਲੜ ਲੱਗਣ, ਔਰ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਅਰਥ, ਆਨੰਦ ਸਾਹਿਬ ਜੀ ਦੇ ਪਾਠ ਦੇ ਅਰਥ, ਉਹਨਾਂ ਦੇ ਧਾਰਮਿਕ ਪੇਪਰ ਲੈਣੇ ਆ ਸਿੱਖ ਮਰਿਆਦਾ ਦੇ। ਇਹ ਕੀ ਹੈ ਕਿ ਵੀ ਬੰਦਾ 1 ਘੰਟਾ ਆਨਲਾਈਨ ਪੜ੍ਹਦਾ ਹੈਗਾ, ਫਿਰ 1 ਘੰਟਾ ਆਪ ਵੀ ਸੈਲਫ ਸਟੱਡੀ ਕਰਦਾ ਹੈ, ਫਿਰ ਉਹਦੇ ਸੰਬੰਧ ਵਿੱਚ ਪੁੱਛਦਾ। ਸੋ ਘਰ ਦੇ ਵਿੱਚ ਇੱਕ ਬੰਦੇ ਨੂੰ ਕੰਮ ਮਿਲ ਜਾਂਦਾ, ਉਹਨੂੰ ਐਵੇਂ ਨਹੀਂ ਲੱਗਦਾ ਜੀ ਵਿਹਲਾ ਮੈਂ ਲੋਕਡਾਊਨ 'ਚ ਘਰ ਬੈਠਾ ਹਾਂ। ਇਹ ਵੀ ਇੱਕ ਸੇਵਾ ਹੈ ਕਿ ਕਿਸੇ ਨੂੰ 2-4 ਘੰਟੇ ਉਹਨੂੰ ਅਹਿਸਾਸ ਹੀ ਨਹੀਂ ਹੋਣ ਦੇਣਾ ਕਿ ਮੈਂ ਘਰ ਵਿੱਚ ਵਿਹਲਾ ਬੈਠਾ, ਕੁਝ ਨਾ ਕੁਝ ਕਰਦੇ ਰਹਿਣਾ। ਸੋ ਇਹ ਵੀ ਸੇਵਾ ਦਾ ਇੱਕ ਬਹੁਤ ਵੱਡਾ ਪੱਖ ਹੈਗਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਕੌਣ ਕਰਦਾ ਹੈ ਸੇਵਾ? ਗੁਰਬਾਣੀ ਕਹਿੰਦੀ ਹੈ, ਸੇਵ ਕੀਤੀ ਸੰਤੋਖੀ ਜਿਨੀ ਸੱਚੋਂ ਸੱਚ ਤੇ ਆਇਆ। ਉਹ ਸੇਵਾ ਕਰਦੇ ਨੇ। ਕਹਿਣ ਲੱਗੇ, ਉਹਨੀ ਮੰਦੇ ਪੈਰ ਨਾ ਰੱਖਿਓਣ, ਕਰ ਸੁਕ੍ਰਿਤ ਧਰਮ ਕਮਾਇਆ। ਉਹ ਮੰਦੇ ਪਾਸੇ ਪੈਰ ਨਹੀਂ ਰੱਖਦੇ, ਉਹ ਨੇਕ ਕਰਮ ਕਰਦੇ ਨੇ, ਚੰਗੇ ਕੰਮ ਕਰਦੇ ਹੈਗੇ ਆ। ਸੋ ਇਹ ਬਹੁਤ ਵੱਡਾ ਧਰਮ ਕਮਾਉਣ ਦੀ ਗੱਲ ਹੈ ਸੇਵਾ ਦੀ। ਜਦੋਂ ਮੈਂ ਭਾਈ ਗੁਰਦਾਸ ਜੀ ਨੂੰ ਪੜ੍ਹਨਾ ਹੈ ਤਾਂ ਭਾਈ ਗੁਰਦਾਸ ਜੀ ਇਸ ਸੰਬੰਧ ਵਿੱਚ ਸੇਵਾ ਦੇ ਕਹਿੰਦੇ ਨੇ ਕਿ ਬੜੀਆਂ ਬਰੀਕੀਆਂ ਨੂੰ ਉਹ ਪੇਸ਼ ਕਰਦੇ ਨੇ। ਕਹਿਣ ਲੱਗੇ, ਗੁਰ ਸਿੱਖਾ ਗੁਰ ਸਿੱਖ ਸੇਵਾ ਲਾਇਆ, ਸਾਧ ਸੰਗਤ ਕਰ ਸੇਵ ਸੁਖ ਫਲ ਪਾਇਆ। ਗੁਰਸਿੱਖਾਂ ਨੇ ਸਿੱਖ ਨੂੰ ਸੇਵਾ ਵਿੱਚ ਲਾਇਆ ਹੋਇਆ, ਸਾਧ ਸੰਗਤ ਦੀ ਸੇਵਾ ਵਿੱਚ ਕਰਕੇ ਸਾਧ ਸੰਗਤ ਦੀ ਉਹ ਫਲ ਪ੍ਰਾਪਤ ਕਰਦਾ ਹੈਗਾ। ਤੱਪੜ ਝਾੜ ਵਿਛਾਏ ਧੂੜੀ ਲਾਇਆ, ਕੋਰੇ ਮਟ ਅਣਾਏ ਨੀਰ ਭਰਾਇਆ, ਆਣ ਮਹਾਪ੍ਰਸਾਦ ਵੰਡ ਖਵਾਇਆ। ਇੱਥੇ ਕੜਾ ਪ੍ਰਸਾਦ ਦਾ ਜ਼ਿਕਰ ਹੈਗਾ ਹੈ ਵੀ ਸੇਵਾ ਹੈ, ਕੋਈ ਕੜਾ ਪ੍ਰਸਾਦ ਬਣਾ ਰਿਹਾ, ਕੋਈ ਤੱਪੜ ਝਾੜ ਰਿਹਾ, ਕੋਈ ਕੁਝ ਕਰ ਰਿਹਾ, ਸਾਰੇ ਸੇਵਾ ਵਿੱਚ ਲੱਗੇ ਹੋਏ ਨੇ। ਕਹਿੰਦੇ ਨੇ, ਇੰਦਰੀ ਪੁਰੀ ਲਖ ਰਾਜ ਨੀਰ ਪ੍ਰਭਾਵਣੀ, ਲਖ ਸੁਰਗ ਸਿਰਤਾਜ ਗੱਲਾਂ ਪਿਆਵਣੀ, ਰਿੱਧ ਸਿੱਧ ਨਿੱਧ ਲਖ ਸਾਜ ਚੁੱਲ ਚੁਕਾਵਣੀ, ਸਾਧ ਗਰੀਬ ਨਿਵਾਜ ਗਰੀਬੀ ਆਵਣੀ, ਅਨਹਦ ਸ਼ਬਦ ਆਗਾਜ ਬਾਣੀ ਗਾਵਣੀ। ਸੋ ਇਹ ਬਾਣੀ ਗਾਉਣਾ, ਬਾਣੀ ਪੜ੍ਹਨਾ, ਇਹ ਵੀ ਇੱਕ ਸੇਵਾ ਹੀ ਹੈ। ਇਹਦੇ ਊੜੇ ਭਾਗ ਵਿੱਚ ਰਹਿਤ ਮਰਿਆਦਾ ਨੇ ਫਿਰ ਅੱਗੇ ਗੱਲ ਤੋਰੀ। ਉਹ ਕਹਿੰਦੇ ਨੇ ਗੁਰੂ ਦਾ ਲੰਗਰ। ਇਸ ਦੇ 2 ਭਾਵ ਹਨ। ਜੋ ਲੰਗਰ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ, ਉਹਦੇ 2 ਭਾਵ ਨੇ। ਇੱਕ ਸਿੱਖਾਂ ਨੂੰ ਸੇਵਾ ਸਿਖਾਉਣਾ, ਦੂਜਾ ਊਚ ਨੀਚ ਛੂਤ ਛਾਤ ਦਾ ਭਰਮ ਜਿਹੜਾ ਹੈ ਉਹ ਮਿਟਾਉਣਾ। 2 ਕੰਮ ਸਾਡੇ ਲੰਗਰ ਨੇ ਕੀਤੇ।
ਤੇ ਤੀਜਾ ਜਿਹੜਾ ਹੈ ਉਹ ਵਿਦਵਾਨ ਕਹਿੰਦੇ ਵੀ ਲੰਗਰ ਦਾ ਅਰਥ ਹੁੰਦਾ ਬੱਝ ਕੇ ਰੱਖਣਾ, ਸਾਨੂੰ ਇੱਕ ਏਕੇ ਵਿੱਚ ਪਰੋ ਕੇ ਰੱਖਣਾ। ਲੰਗਰ ਨੇ ਬਹੁਤ ਵੱਡਾ ਕੰਮ ਕੀਤਾ ਹੈਗਾ, ਸਾਨੂੰ ਆਪਸ ਵਿੱਚ ਪਾਟਣ ਨਹੀਂ ਦਿੱਤਾ ਹੈਗਾ। ਇਹ ਬਹੁਤ ਵੱਡੀ ਗੱਲ ਹੈ। ਵੈਸੇ ਇਹ ਲੰਗਰ ਸ਼ਬਦ ਵਿਦਵਾਨ ਕਹਿੰਦੇ ਹੁੰਦੇ ਸੀ, ਮੇਰੇ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ, ਉਹ ਕਹਿੰਦੇ ਸੀ ਵੀ ਜਦੋਂ ਜਹਾਜ਼ ਹੁੰਦਾ ਨਾ ਪਾਣੀ ਵਾਲਾ, ਉਹਨੂੰ ਫਿਰ ਬੰਨ ਦਿੱਤਾ ਜਾਂਦਾ ਰੱਸਿਆਂ ਦੇ ਨਾਲ, ਬਹੁਤ ਸਾਰੇ ਵੱਡੇ ਪੱਥਰ ਨਾਲ, ਉਹਨੂੰ ਲੰਗਰ ਕਿਹਾ ਜਾਂਦਾ। ਕਹਿਣਗੇ ਉਹਦਾ ਉੱਥੋਂ ਲਿਆ ਗਿਆ ਸ਼ਬਦ ਵੀ ਵੱਜਣਾ, ਇੱਕ ਇੱਕ ਪਰੋਤੇ ਵਿੱਚ ਵੱਜ ਦੇਣਾ, ਖੇਰੂ ਖੇਰੂ ਨਾ ਹੋਣਾ। ਲੰਗਰ ਸਾਨੂੰ ਇੱਕ ਕਰਦਾ ਹੈਗਾ। ਜਿਵੇਂ ਅਸੀਂ ਘਰ ਦੇ ਵਿੱਚ ਵੀ ਕੋਸ਼ਿਸ਼ ਕਰਦੇ ਹਾਂ ਨਾ ਵੀ ਘਰ ਦੇ ਜੀ ਸਾਰੇ ਚਲੋ ਪ੍ਰਸ਼ਾਦਾ ਇਕੱਠੇ ਛਕਾਂਗੇ, ਦੁਪਹਿਰ ਦਾ ਪ੍ਰਸ਼ਾਦਾ, ਰਾਤ ਦਾ ਪ੍ਰਸ਼ਾਦਾ ਇਕੱਠੇ ਛਕਾਂਗੇ। ਉਹ ਪੁਰਾਤਨ ਬੰਦਿਆਂ ਦੀ, ਬਜ਼ੁਰਗਾਂ ਦੀ, ਸਾਡਿਆਂ ਦੀ ਇਹ ਦੇਣ ਹੈ ਵੀ ਘੱਟੋ ਘੱਟ ਪਰਿਵਾਰ ਵਿਖਰੇ ਨਾ ਤੇ ਲੰਗਰ ਦੇ ਟਾਈਮ ਕੋਈ ਇੱਕ ਥਾਂ ਤੇ ਬਹਿ ਜਾਏ ਤੇ ਗੁਰਮਤਿ ਦੀ ਕੋਈ ਨਾ ਕੋਈ ਗੱਲ ਬਜ਼ੁਰਗਾਂ ਨੇ ਸ਼ੁਰੂ ਕਰ ਲੈਣੀ। ਤੇ ਅੱਜ ਵੀ ਚਾਹੀਦਾ ਹੈਗਾ ਵੀ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਅਸੀਂ ਆਪਣੀ ਬੱਚਿਆਂ ਨੂੰ, ਨੈਕਸਟ ਜਨਰੇਸ਼ਨ ਨੂੰ ਇਹ ਸਮਝਾ ਕੇ ਜਾਈਏ ਕਿ ਇਹ ਦਾਤ ਅਕਾਲ ਪੁਰਖ ਨੇ ਸਾਨੂੰ ਦਿੱਤੀ ਹੈ ਤੇ ਉਹਦਾ ਸ਼ੁਕਰਾਨਾ ਕਰੀਏ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਭਗਤ ਜਨਾ ਕੈ ਸੰਗ ਪਾਪ ਗਵਾਉਣਾ। ਸੋ ਲੰਗਰ ਨੇ ਸਾਨੂੰ ਜਿਹੜਾ ਹੈ ਉਹ ਸੇਵਾ ਸਿਖਾਈ, ਆਪ ਪਕਾਉਣਾ, ਫਿਰ ਪਕਾ ਕੇ ਲੈ ਕੇ ਜਾਣਾ, ਜਾਂ ਲੰਗਰ ਵਿੱਚ ਜਾ ਕੇ ਸੇਵਾ ਕਰਨੀ। ਊਚ ਨੀਚ ਛੂਤ ਛਾਤ ਦਾ ਭਰਮ ਖਤਮ ਕਰ ਦਿੱਤਾ। ਬਿਨਾਂ ਵਿਤਕਰੇ ਤੋਂ, ਇੱਕ ਪਾਸੇ ਰਾਜਾ ਬੈਠਾ ਹੈ ਤੁਹਾਡੇ, ਇੱਕ ਪਾਸੇ ਗਰੀਬ ਬੰਦਾ ਬੈਠਾ ਹੈਗਾ, ਵਿਚਕਾਰ ਤੁਸੀਂ ਬੈਠੇ ਹੈਗੇ ਹੋ। ਸੋ ਬਿਨਾਂ ਵਿਤਕਰੇ ਕੋਈ ਆ ਜਾਏ, ਜਿਵੇਂ ਅਕਬਰ ਬਾਦਸ਼ਾਹ ਆਇਆ ਤੇ ਗੁਰੂ ਅਮਰਦਾਸ ਜੀ ਨੇ ਉਹਨੂੰ ਇਹੀ ਤੇ ਸਿਖਾਇਆ ਵੀ ਆਪਣੇ ਮਨ ਦਾ ਵਿਤਕਰਾ ਜਿਹੜਾ ਉਹ ਦੂਰ ਕਰ ਦੇ। ਪਹਿਲਾਂ ਪੰਗਤ ਪਾਛਾ ਸੰਗਤ, ਪਹਿਲਾਂ ਪੰਗਤ ਵਿੱਚ ਗਰੀਬਾਂ ਨਾਲ ਪ੍ਰਸ਼ਾਦੇ ਦਾ ਆਨੰਦ ਲੈ ਕੇ ਆ, ਛਕ ਕੇ ਆ, ਉੱਥੇ ਬਹਿ ਕੇ ਆਪਣਾ ਹੋਮਾ ਹੰਕਾਰ ਦੂਰ ਕਰਕੇ। ਸੋ ਇਹਦਾ ਇਹੜਾ ਭਾਗ ਹੈ ਜੀ, ਗੁਰੂ ਕੇ ਲੰਗਰ ਵਿੱਚ ਬੈਠ ਕੇ, ਗੁਰੂ ਕੇ ਲੰਗਰ ਵਿੱਚ ਬੈਠ ਕੇ ਊਚ ਨੀਚ ਕਿਸੇ ਜਾਤ ਜਾਂ ਵਰਨ ਦਾ ਪ੍ਰਾਣੀ ਪ੍ਰਸਾਦ ਛਕ ਸਕਦਾ ਹੈ। ਪੰਗਤ ਵਿੱਚ ਬਿਠਾਉਣ ਲੱਗਿਆਂ ਕਿਸੇ ਦੇਸ਼, ਵਰਨ, ਜਾਤ ਜਾਂ ਮਜ਼ਹਬ ਦਾ ਵਿਤਕਰਾ ਨਹੀਂ ਕਰਨਾ। ਹਾਂ, ਇੱਕ ਥਾਲੀ ਵਿੱਚ ਕੇਵਲ ਅੰਮ੍ਰਿਤਧਾਰੀ ਸਿੱਖ ਹੀ ਛਕ ਸਕਦੇ ਹਨ। ਬਿਲਕੁਲ ਸਾਫ਼ ਹੈ, ਗੁਰੂ ਕੇ ਲੰਗਰ ਵਿੱਚ ਕੋਈ ਵੀ ਆ ਕੇ ਪ੍ਰਸ਼ਾਦਾ ਛਕ ਸਕਦਾ ਹੈ, ਕਿਸੇ ਵੀ ਜ਼ਾਤ ਮਜ਼ਹਬ ਦਾ ਹੋਵੇ, ਉਹਦਾ ਸਿਰ ਢੱਕਿਆ ਹੋਣਾ ਚਾਹੀਦਾ। ਤੇ ਗੁਰਦੁਆਰੇ ਦੀ ਜਿਹੜੀ ਮਰਿਆਦਾ ਹੈ ਉਹ ਕਿ ਗੁਰਦੁਆਰੇ ਦੇ ਵਿੱਚ ਆਉਣ ਲੱਗਿਆਂ ਉਹਦੇ ਕੋਲ ਸਿੱਖ ਧਰਮ ਤੋਂ ਵਿਵਰਜਿਤ ਕੋਈ ਵਸਤੂ ਨਾ ਹੋਵੇ, ਨਸ਼ੀਲੇ ਪਦਾਰਥ ਇਤਿਆਦਿਕ ਨਹੀਂ ਹੋਣੇ ਚਾਹੀਦੇ, ਸਿਰ ਢੱਕਿਆ ਹੋਵੇ, ਹੱਥ ਸੁੱਚੇ ਹੋਣ, ਫਿਰ ਉਹ ਪ੍ਰਸ਼ਾਦਾ ਆਣ ਕੇ ਛਕ ਸਕਦਾ ਹੈਗਾ, ਭਾਵੇਂ ਕੋਈ ਵੀ ਹੋਵੇ। ਔਰ ਸਾਡਾ ਪੁਰਾਤਨ ਇਤਿਹਾਸ ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ ਕਿ ਸਾਡਾ ਪੁਰਾਣਾ ਜਿਹੜਾ ਇਤਿਹਾਸ ਹੈ ਉਹ ਤੇ ਇਹ ਕਹਿੰਦਾ ਭਾਈ ਕਿ ਸਿੱਖ ਲੰਗਰ ਵਰਤਾਰੇ ਹੋਣ ਨਾ, ਤੇ ਉਹ ਜੇ ਜੰਗਲ ਵੇਲੇ ਵਿੱਚ ਵੀ ਹੋਣ, ਜਿਨ੍ਹਾਂ ਦਿਨਾਂ ਵਿੱਚ ਸਿੱਖ ਜੰਗਲ ਵੇਲਿਆਂ 'ਚ ਰਹਿੰਦੇ ਸੀਗੇ, ਤੇ ਉਹ ਲੰਗਰ ਆ ਕੇ, ਪ੍ਰਸ਼ਾਦਾ ਆ ਕੇ ਕਿਸੇ ਪਿੰਡ ਵਿੱਚੋਂ ਲੈ ਜਾਂਦੇ ਸੀ ਜਾਂ ਉੱਥੇ ਹੀ ਤਿਆਰ ਕਰਦੇ ਸੀ, ਤੇ ਉਹ ਚੁੱਪ ਕਰਕੇ ਜੰਗਲ ਵਿੱਚ ਪ੍ਰਸ਼ਾਦਾ ਨਹੀਂ ਸੀ ਛਕ ਲੈਂਦੇ। ਉਹ ਸਿੱਖ ਇੱਕ ਉੱਚੇ ਟਿੱਲੇ ਤੇ ਚੜ੍ਹਦੇ ਸੀ, ਮੰਨ ਲਓ ਇੱਕ ਪਹਾੜ ਉੱਤੇ ਚੜ੍ਹ ਜਾਂਦੇ ਸੀ, ਫਿਰ ਆਵਾਜ਼ ਦਿੰਦੇ ਸੀ, ਉੱਚੀ ਆਵਾਜ਼ ਦਿੰਦੇ ਸੀ ਕਿ ਗੁਰੂ ਕਾ ਲੰਗਰ ਤਿਆਰ ਹੈ, ਜਿਹਨੇ ਛਕਣਾ ਹੋਵੇ ਛਕ ਲਵੇ। ਇਸ ਤਰ੍ਹਾਂ ਭਾਈ ਕਲਿਆਣਾ ਜੀ ਦੀ ਵੀ ਸਾਖੀ ਮਿਲਦੀ ਹੈ, ਹੋਰ ਕਈ ਸਾਖੀਆਂ। ਸੋ ਗਿਆਨੀ ਗਿਆਨ ਸਿੰਘ ਕਹਿੰਦੇ ਨੇ ਪੰਥ ਪ੍ਰਕਾਸ਼ ਵਿੱਚ ਬਈ ਕਈ ਦਿਨਾਂ ਦੇ ਭੁੱਖੇ ਸਿੱਖ ਹੋਣ, ਫਿਰ ਉਹਨਾਂ ਨੂੰ ਕਿਤੋਂ ਜਾ ਕੇ ਪ੍ਰਸ਼ਾਦੇ ਲੱਭੇ ਹੋਣ, ਦਾਲ ਦਾ ਡੋਲੂ ਲੱਭਿਆ ਹੋਵੇ ਜਾਂ ਦੇਗਚਾ ਲੱਭਿਆ ਹੋਵੇ, ਤੇ ਫਿਰ ਵੀ ਉਹ ਇਕੱਲੇ ਨਹੀਂ ਛਕਦੇ, ਉਸ ਸਮੇਂ ਆਵਾਜ਼ ਦਿੰਦੇ ਨੇ। ਉਹਨਾਂ ਦੀ ਆਵਾਜ਼ ਦੇਣ ਤੇ ਕੋਈ ਜੰਗਲ ਵਿੱਚ ਵਸਦਾ ਹੋਇਆ ਕੋਈ ਵੈਰੀ ਵੀ ਹੋਵੇ, ਪਹਿਲੀ ਗੱਲ ਤਾਂ ਸਿੱਖ ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਦਾ, ਜਿਵੇਂ ਤੁਸੀਂ ਕਿਹਾ ਨਾ ਕੋ ਵੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣਾਈ। ਹਾਂ, ਕੋਈ ਸਾਡੇ ਨਾਲ ਵੈਰ ਭਾਵਨਾ ਵੀ ਰੱਖਦਾ ਹੋਵੇ ਤੇ ਉਹ ਜੇ ਕਿਤੇ ਪ੍ਰਸ਼ਾਦਾ ਛਕਣ ਲੰਗਰ ਵਿੱਚ ਆ ਜਾਏ ਨਾ, ਤਾਂ ਵੀ ਉਹਨੂੰ ਪਰਮ ਮਿੱਤਰ ਸਮਝ ਕੇ ਪ੍ਰਸ਼ਾਦਾ ਪਰੋਸਦੇ ਨੇ, ਪ੍ਰਸ਼ਾਦਾ ਦਿੰਦੇ ਨੇ, ਕੋਈ ਵੈਰ ਭਾਵਨਾ ਨਹੀਂ ਰੱਖਦੇ। ਪੰਥ ਪ੍ਰਕਾਸ਼ ਦਾ ਕਰਤਾ ਕਹਿੰਦਾ ਹੈ ਕਿ ਦੇਤ ਆਵਾਜ਼ਾ ਭੁੱਖਾ ਹੈ ਕੋ, ਆਓ ਦੇਗ ਤਿਆਰ ਗੁਰ ਹੋਈ। ਦੇਗ ਦਾ ਇੱਥੇ ਅਰਥ ਹੈ ਲੰਗਰ, ਠੀਕ ਹੈ। ਸੋ ਦੇਤ ਆਵਾਜ਼ਾ ਭੁੱਖਾ ਹੈ ਕੋ, ਆਓ ਦੇਗ ਤਿਆਰ ਗੁਰ ਹੋਈ। ਉਸ ਸਮੇਂ ਬੈਰੀ ਕਿਮ ਆਵੈ, ਪਰਮ ਮੀਤ ਸਮ ਤਾਹੀਂ ਛਕਾਵੈ। ਬਚੇ ਤਾਂ ਆਪ ਖਲੇ ਹੈ,
ਨਹੀਂ ਤੋ ਲੰਗਰ ਮਸਤ ਬਤੇ ਹੈ। ਕਹਿਣ ਲੱਗੇ ਪਰਮ ਮਿੱਤਰ ਸਮਝ ਕੇ ਉਹਨੂੰ ਪ੍ਰਸ਼ਾਦਾ ਛਕਾਉਂਦੇ ਨੇ। ਹਾਂ, ਜੇ ਬਚ ਗਿਆ ਤਾਂ ਛਕ ਲੈਂਦਾ, ਪਿੱਛੋਂ ਬਚਿਆ ਆਪ ਖਾਵੰਦਾ, ਤੇ ਜੇ ਨਾ ਬਚੇ ਤਾਂ ਇਹ ਨਹੀਂ ਕਹਿੰਦਾ ਲੰਗਰ ਮੁੱਕ ਗਿਆ। ਤੇ ਫਿਰ ਸਿੱਖ ਕਹਿੰਦਾ ਹੈ ਕਿ ਜੀ ਪ੍ਰਸਾਦਾ ਜਾਂ ਲੰਗਰ ਮਸਤਾਨਾ ਹੋ ਗਿਆ ਹੈ। ਇਸ ਤਰ੍ਹਾਂ ਦੇ ਬੜੇ ਕਮਾਲ ਦੇ ਬੋਲੇ ਜਿਹੜੇ ਨੇ ਸੋ ਪਾਤਸ਼ਾਹ ਜੀ ਨੇ ਸਾਨੂੰ ਦਿੱਤੇ ਨੇ। ਸੋ ਅਖੀਰ ਵਿੱਚ ਮੈਂ ਬੇਨਤੀ ਕਰਾਂਗਾ ਕਿ ਇਹ ਸੇਵਾ ਕਰਨ ਦਾ ਬਲ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਿਖਾਇਆ ਹੈ। ਸੇਵਾ ਵਾਸਤੇ ਪ੍ਰੇਰਨਾ ਸਾਨੂੰ ਗੁਰਬਾਣੀ ਬਖਸ਼ਿਸ਼ ਕਰਦੀ ਹੈ, ਤੇ ਇਸ ਸੇਵਾ ਦਾ ਅਤ ਜ਼ਰੂਰੀ ਨਿਯਮ ਗੁਰੂ ਪੰਥ ਨੇ ਸਾਨੂੰ ਦੱਸਿਆ ਹੈਗਾ ਕਿ ਭਾਈ ਤੇਰੀ ਸਖਸ਼ੀ ਰਹਿਣੀ ਦੇ ਵਿੱਚ ਸੇਵਾ ਸ਼ਾਮਲ ਹੈ। ਇਹ ਸੇਵਾ ਹੀ ਹੈ ਜੋ ਤੈਨੂੰ ਪੰਥ ਦੇ ਵਿੱਚ ਜਿਹੜਾ ਮਾਣ ਬਖਸ਼ਿਸ਼ ਕਰਾਏਗੀ। ਸੋ ਸੇਵਾ ਕਰਦੇ ਰਹਿਣਾ ਚਾਹੀਦਾ ਹੈ, ਤੇ ਸੇਵਾ ਜਿਹੜੀ ਹੈ ਉਹ ਮਾਨਵਤਾ ਦੀ, ਮਨੁੱਖਤਾ ਦੀ ਸਭ ਤੋਂ ਸ੍ਰੇਸ਼ਟ ਸੇਵਾ ਹੈ। ਹਾਂਜੀ ਜੀ ਵੀਰ ਜੀ, ਤੁਸੀਂ ਬਿਲਕੁਲ ਠੀਕ ਕਿਹਾ ਹੈਗਾ, ਬੜੇ ਚੰਗੇ ਢੰਗ ਨਾਲ ਸਮਝਾਇਆ ਹੈਗਾ ਕਿ ਜਿਸ ਤਰ੍ਹਾਂ ਸੇਵਾ ਦੇ ਨਾਲ ਪਿਛਲੇ ਦਿਨੀ ਅਸੀਂ ਤੇ ਆਪਣੀ ਹੋਂਦ ਦੇ ਅੰਦਰ ਆਪਣੀ ਅੱਖਾਂ ਨਾਲ ਦੇਖਿਆ ਕਿ ਸਿੱਖਾਂ ਨੇ ਜੋ ਸੇਵਾ ਕੀਤੀ ਹੈ ਉਹਦੇ ਨਾਲ ਉਹਨਾਂ ਨੇ ਹਿੰਦੁਸਤਾਨ ਹੀ ਨਹੀਂ ਬਲਕਿ ਬਹੁਤ ਸਾਰੇ ਦੇਸ਼ਾਂ ਦੇ ਅੰਦਰ ਬਹੁਤ ਸਾਰੇ ਲੋਕਾਂ ਦਾ ਦਿਲ ਜਿੱਤਿਆ ਕਿ ਸੇਵਾ ਵੀ ਕੋਈ ਚੀਜ਼ ਹੈ। ਸੇਵਾ ਵਰਲਡ ਨੂੰ ਇੱਕ ਪੂਰੇ ਵਰਲਡ ਦੇ ਅੰਦਰ ਫੇਮਸ ਕੀਤਾ ਹੈ ਆਪਣੀ ਸੇਵਾ ਨਿਭਾ ਕੇ। ਤੇ ਇਹ ਟੌਪਿਕ ਤੇ ਹੈ ਤੇ ਬਹੁਤ ਲੰਬਾ, ਅਸੀਂ ਕਿੰਨੇ ਹੀ ਦਿਨ ਇਹਦੇ ਤੇ ਚਰਚਾ ਕਰਦੇ ਜਾਈਏ ਤੇ ਮੈਨੂੰ ਨਹੀਂ ਲੱਗਦਾ ਕਿ ਮੁੱਕੇਗਾ, ਪਰ ਟਾਈਮ ਦੀ ਘਾਟ ਹੋਣ ਕਰਕੇ ਆਪ ਜੀ ਕੋਲੋਂ ਇਜਾਜ਼ਤ ਮੰਗਦੇ ਹਾਂ। ਫਿਰ ਇੱਕ ਨਵਾਂ ਸਵਾਲ ਲੈ ਕੇ ਆਪ ਜੀ ਨਾਲ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ।